Hansi, dear students, very warm welcome once again in my channel Lessons of Life। मैं ਤੁਹਾਡੀ ਟੀਚਰ ਗੁਰਪ੍ਰੀਤ ਕੌਰ ਧਾਲੀਵਾਲ ਤੇ ਅੱਜ ਇੱਕ ਨਵੇਂ ਟੌਪਿਕ ਨਾਲ ਫਿਰ ਤੋਂ ਹਾਜ਼ਰ ਹਾਂ ਵੀਡੀਓ ਲੈ ਕੇ। ਅੱਜ ਦੀ ਵੀਡੀਓ ਦਾ ਸਾਡਾ ਟੌਪਿਕ ਹੈ ਨੋਟਸ ਰਾਈਟਿੰਗ। ਓਕੇ, ਤੁਹਾਨੂੰ ਨੋਟਸ ਲਿਖਣਾ ਆਉਂਦਾ, ਸਟੇਟਮੈਂਟ ਇੱਕ ਦਿੱਤੀ ਹੁੰਦੀ ਹੈ ਜਿਹਦੇ ਬੇਸ 'ਤੇ ਤੁਸੀਂ ਨੋਟਸ ਰਾਈਟ ਕਰਨਾ ਹੁੰਦਾ। ਬਟ ਸਾਨੂੰ ਪਤਾ ਹੈ ਕਿ ਟਰਮ 1 ਸਾਰੀ MCQ ਬੇਸਡ ਆ ਰਹੀ ਹੈ। ਸੋ ਜਿਹੜੀ ਨੋਟਸ ਰਾਈਟਿੰਗ ਆ ਜਿਹੜਾ ਸਾਡਾ ਟੌਪਿਕ, ਇਸ ਨਾਲ ਵੀ ਰਿਲੇਟਡ ਜਿਹੜੇ ਕੁਐਸਚਨਸ ਹੋਣਗੇ ਉਹ MCQ ਬੇਸਡ ਹੋਣਗੇ। ਸੋ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਮੈਂ ਵੀਡੀਓਜ਼ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੱਚਿਆਂ ਲਈ ਬਣਾਉਂਦੀ ਹਾਂ। ਸੋ ਅੱਜ ਆਪਾਂ 8th ਕਲਾਸ ਦੀ ਇੰਗਲਿਸ਼ ਦਾ ਨੋਟਸ ਰਾਈਟਿੰਗ ਟੌਪਿਕ ਆ ਜਿਹੜਾ ਉਹ ਕਰਾਂਗੇ ਕਵਰ। ਸੋ ਆਜੋ ਕਰਦੇ ਹਾਂ ਸਟਾਰਟ ਆਪਾਂ ਵੀਡੀਓ। ਹਾਂਜੀ ਬੇਟਾ, ਇਹ ਜਿਹੜਾ ਸਟੱਡੀ ਮਟੀਰੀਅਲ ਫॉर ਰਿਵੀਜ਼ਨ ਡਿਪਾਰਟਮੈਂਟ ਵੱਲੋਂ ਪ੍ਰਾਪਤ ਹੋਇਆ ਟਰਮ 1 ਲਈ, ਇਹ 9 ਤਰੀਕ ਨੂੰ ਆਇਆ ਸੀ। ਠੀਕ, ਆਪਾਂ ਇਹਨੂੰ ਹੁਣ ਕਵਰ ਕਰ ਰਹੇ ਹਾਂ ਅੱਜ। ਨੋਟਸ ਰਾਈਟਿੰਗ ਦੇਖੋ। ਫਸਟ, ਯੂ ਹੈਵ ਲੋਸਟ ਅ ਬੈਗ ਇਨ ਯੂਰ ਸਕੂਲ। Write a notes about the loss, giving the particulars of the bag. Also announce the reward for the finder. ਸੋ ਇਹ ਸੀਗਾ ਸਾਡੇ ਸਟੇਟਮੈਂਟ ਜਿਹਦੇ ਬੇਸ 'ਤੇ ਅਸੀਂ ਨੋਟਸ ਲਿਖਣਾ ਸੀ। ਹੁਣ MCQ ਬੇਸ 'ਤੇ ਇੱਦਾਂ ਦੇ ਕਿਹੋ ਜਿਹੇ ਕੁਐਸਚਨ ਆਉਣਗੇ ਦੇਖੋ। ਫਸਟ ਵਨ ਹੈ, ਵਿਚ ਸਟੇਟਮੈਂਟ ਕਰੈਕਟਲੀ ਸਟੇਟਸ ਦੈਟ ਦ ਫਾਈਂਡਰ ਵਿਲ ਰਿਸੀਵ ਅ ਰਿਵਾਰਡ। ਪਹਿਲਾਂ ਸਟੇਟਮੈਂਟ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ, ਫਿਰ ਹੀ ਅਸੀਂ ਆਨਸਰ ਆ ਜਿਹੜਾ ਕਰੈਕਟ ਫਾਈਂਡ ਆਊਟ ਕਰ ਸਕਾਂਗੇ ਬੇਟਾ। ਇਹਦੇ ਵਿੱਚ ਇਹ ਦੱਸਿਆ ਗਿਆ ਕਿਹੜੀ ਸਟੇਟਮੈਂਟ ਆ, ਸਾਨੂੰ 4 ਸਟੇਟਮੈਂਟਸ ਦਿੱਤੀਆਂ ਗਈਆਂ ਨੇ। ਕਿਹੜੀ ਸਟੇਟਮੈਂਟ ਸਾਨੂੰ ਸਹੀ ਦੱਸਦੀ ਆ ਕਿ ਜਿਹੜਾ ਫਾਈਂਡਰ ਆ, ਜਿਹੜਾ ਲੱਭ ਕੇ ਲਿਆਊ ਚੀਜ਼ ਨੂੰ, ਉਹਨੂੰ ਇਨਾਮ ਦਿੱਤਾ ਜਾਊਗਾ। ਸੋ ਚਾਰੋਂ ਸਟੇਟਮੈਂਟਸ ਧਿਆਨ ਨਾਲ ਪੜ੍ਹਨੀਆਂ ਨੇ, ਕਾਹਲ ਨਹੀਂ ਕਰਨੀ। ਨੰਬਰ 1, ਦ ਫਾਈਂਡਰ ਸ਼ੁੱਡ ਕੰਟੈਕਟ ਦ ਅੰਡਰਸਾਈਨਡ। ਜਿਹੜਾ ਲੱਭਣ ਵਾਲਾ ਹੇਠਾਂ ਦਿੱਤੇ ਸਾਈਨ ਜਿਹਦੇ ਕੀਤੇ ਹੋਏ ਨੇ ਉਹਨੂੰ ਮਿਲੇ। ਇਹਦੇ ਵਿੱਚ ਰਿਵਾਰਡ ਦੀ ਕੋਈ ਗੱਲ ਨਹੀਂ ਹੋਈ, ਨੋ। ਸੈਕਿੰਡ ਵਨ ਹੈ, ਦ ਫਾਈਂਡਰ ਵਿਲ ਬੀ ਸੂਟੇਬਲ ਰਿਵਾਰਡਡ। ਲੱਭਣ ਵਾਲੇ ਨੂੰ ਉਪਯੁਕਤ ਜਾਂ ਸੂਟੇਬਲ ਜੋ ਵੀ ਰਿਵਾਰਡ ਆ ਦਿੱਤਾ ਜਾਵੇਗਾ। ਸੈਕਿੰਡ ਹੋ ਗਿਆ। ਸੋ ਉਹਨਾਂ ਨੇ ਰਿਵਾਰਡ ਦੀ ਗੱਲ ਕਰੀ ਸੀ, ਇਹ ਤਾਂ ਹੈਗਾ ਹੀ ਆ, ਪਰ ਅਸੀਂ ਅਗਲੇ ਵੀ ਜ਼ਰੂਰ ਸਟੇਟਮੈਂਟਸ ਚੈੱਕ ਕਰਨੇ ਆ। ਦ ਫਾਈਂਡਰ ਕੀਪ ਦ ਬੈਗ। ਫਾਈਂਡਰ ਜਿਹੜਾ ਲੱਭ ਕੇ ਲਿਆਉਣ ਵਾਲਾ ਉਹ ਬੈਗ ਰੱਖ ਲਵੇ, ਫਿਰ ਲੱਭਣ ਦੀ ਕੀ ਜ਼ਰੂਰਤ ਹੈ। ਨਨ ਆਫ ਦੀਸ। ਸੋ ਇਹ ਵੀ ਨਹੀਂ ਹੈ। ਸੋ ਬੀ ਜਿਹੜਾ ਆਨਸਰ ਆ ਉਹ ਕਰੈਕਟ ਹੈ ਬੇਟਾ, ਆਪਸ਼ਨ ਬੀ ਚੂਜ਼ ਕਰਾਂਗੇ। ਨੈਕਸਟ ਵਨ, ਚੂਜ਼ ਅ ਸੂਟੇਬਲ ਹੈਡਿੰਗ ਫॉर ਦ ਨੋਟਿਸ। ਹੁਣ ਨੋਟਿਸ ਦਾ ਸਾਰਿਆਂ ਨੂੰ ਸੂਟੇਬਲ ਜਿਹੜਾ ਹੈਡਿੰਗ ਇੱਥੇ ਕੀ ਦਿੱਤਾ ਜਾ ਸਕਦਾ, ਕੀ ਚੀਜ਼ ਖੋਈ ਹੈ ਸਾਡੀ ਨਾ, ਬੈਗ ਖੋਇਆ ਗਾ ਨਾ, ਉਹ ਅਸੀਂ ਲੋਸਟ ਕੀਤਾ। ਸੋ ਲੋਸਟ ਪਹਿਲਾ ਵਾਲਾ ਇਹੀ ਵਧੀਆ ਹੈਡਿੰਗ ਹੈ ਸਾਡੇ ਇਸ ਨੋਟਸ ਲਈ। ਸੋ ਆਪਸ਼ਨ ਏ ਚੂਜ਼ ਕਰ ਲਾਂਗੇ ਅਸੀਂ। ਦੂਜਿਆਂ 'ਚ ਦੇਖ ਲਓ, ਬੈਗ ਆ, ਨੋਟਸ ਆ, ਨਨ ਆਫ ਦੀਸ ਆ, ਉਹ ਕੋਈ ਵੀ ਮੈਟਰ ਨਹੀਂ ਕਰਦੇ, ਹੈ ਨਾ। ਚਲੋ ਜੀ ਨੈਕਸਟ ਵਨ, ਹੂ ਵਿਲ ਡਰਾਫਟ ਦ ਨੋਟਸ। ਓਕੇ ਬੇਟਾ, ਇਹਨੂੰ ਬਹੁਤ ਧਿਆਨ ਨਾਲ ਦੇਖਣਾ ਹੈ ਨਾ ਕਿ ਇਹਨਾਂ ਡਰਾਫਟ ਕੌਣ ਕਰੂਗਾ। ਠੀਕ, ਨੋਟਸ। ਓਕੇ, ਹੁਣ ਦੇਖੋ ਇਹ ਕੁਐਸਚਨ 10th 'ਚ ਵੀ ਆਇਆ ਸੀ, ਬੱਚਿਆਂ ਨੇ ਮੋਸਟਲੀ ਗਲਤ ਕੀਤਾ। ਉੱਥੇ ਹੈੱਡ ਬੁਆਏ ਨੇ ਜਿਹੜਾ ਸੀਗਾ ਨੋਟਸ ਡਰਾਫਟ ਕਰਨਾ ਸੀ, ਬੱਚੇ ਜਿਹਦੇ ਲਈ ਕਰਨਾ ਸੀ ਉਹਦਾ ਟਿਕ ਕਰ ਗਏ। ਹੁਣ ਇੱਥੇ ਵੀ ਸਾਡੇ ਕੋਲੇ ਉੱਪਰ ਸਟੇਟਮੈਂਟ ਨੂੰ ਫਿਰ ਧਿਆਨ ਨਾਲ ਦੇਖਾਂਗੇ। ਯੂ ਹੈਵ ਲੋਸਟ ਅ ਬੈਗ ਇਨ ਯੂਰ ਸਕੂਲ। ਤੁਸੀਂ ਬੈਗ ਖੋਇਆ, ਰਾਈਟ ਅ ਨੋਟਸ, ਤੁਸੀਂ ਹੀ ਨੋਟਸ ਲਿਖੋਗੇ। ਸੋ ਹੁਣ ਦੇਖੋ ਕੀ ਹੈ ਇੱਥੇ ਸਾਡੇ ਕੋਲ ਆਪਸ਼ਨਸ। ਸਟੂਡੈਂਟ ਹੂ ਲੋਸਟ ਦ ਬੈਗ, ਉਹ ਸਟੂਡੈਂਟ ਲਿਖੋ ਜਿਹਦਾ ਬੈਗ ਖੋਇਆ ਗਾ, ਨਾ ਟੀਚਰ ਲਿਖੂਗਾ, ਨਾ ਸਟੂਡੈਂਟ ਹੂ ਫਾਊਂਡ, ਜਿਹਨੂੰ ਲੱਭਿਆ ਨਾ ਉਹ ਲਿਖੂਗਾ, ਜਿਹਨੇ ਖੋਇਆ ਗਾ ਉਹਨੇ ਲਿਖਣਾ, ਕਿਉਂਕਿ ਸਾਨੂੰ ਸਟੇਟਮੈਂਟ ਦੇ ਵਿੱਚ ਇਹ ਦਿੱਤਾ ਹੋਇਆ। ਸੋ ਜਦੋਂ ਕਿਤੇ ਡਾਊਟ ਹੋਵੇ ਸਟੇਟਮੈਂਟ ਨੂੰ ਦੁਬਾਰਾ ਪੜ੍ਹ ਲੈਣਾ। ਸੋ ਆਪਸ਼ਨ ਏ ਚੂਜ਼ ਕਰਨੀ ਹੈ ਬੇਟਾ। ਕੁਐਸਚਨ ਨੰਬਰ 4, ਵਾਟ ਵਿਲ ਬੀ ਦ ਸੂਟੇਬਲ ਬਿਗਨਿੰਗ ਆਫ ਦ ਨੋਟਸ। ਸੂਟੇਬਲ ਬਿਗਨਿੰਗ ਮੀਨਸ ਸਾਰਿਆਂ ਨਾਲੋਂ ਵਧੀਆ ਬਿਗਨਿੰਗ, ਸਟਾਰਟਿੰਗ ਨੋਟਸ ਦੀ ਕੀ ਹੋ ਸਕਦੀ ਹੈ। ਜਿਹੜੇ ਸਾਡੇ ਕੋਲ 4 ਆਪਸ਼ਨਸ ਦਿੱਤੀਆਂ ਹੋਈਆਂ ਨੇ। ਮਾਈ ਬੈਗ ਇਜ਼ ਬਲੂ ਕਲਰ, ਪਹਿਲਾਂ ਹੀ ਅਸੀਂ ਬੈਗ ਦਾ ਕਲਰ ਦੱਸਣ ਲੱਗ ਜਾਂਗੇ। ਨਨ ਆਫ ਦੀਜ਼, ਜਾਂ ਐਨੀਬੋਡੀ ਹੂ ਫਾਈਂਡ ਦ ਬੈਗ ਸ਼ੁੱਡ ਕੰਟੈਕਟ ਦ ਅੰਡਰਸਾਈਨਡ। ਇਹ ਅਸੀਂ ਲਾਸਟ 'ਤੇ ਲੈਣ ਲਿਖਦੇ ਹੁੰਦੇ ਹਾਂ, ਜਿਹਨੂੰ ਵੀ ਲੱਭੇ ਵੀ ਉਹ ਜਿਹਦੇ ਥੱਲੇ ਸਾਈਨ ਕੀਤੇ ਹੋਏ ਨੇ ਉਹਨੂੰ ਮਿਲੇ। ਸੋ ਸਟਾਰਟਿੰਗ ਤਾਂ ਇਹ ਵੀ ਨਹੀਂ ਹੈਗੀ। ਸੋ ਫਸਟ ਆਪਸ਼ਨ ਆ, ਦਿਸ ਇਜ਼ ਟੂ ਇਨਫੋਰਮ ਦੈਟ ਆਈ ਲੋਸਟ ਮਾਈ ਬੈਗ ਜਸਟਰਡੇ ਇਨ ਦ ਸਕੂਲ। ਸੋ ਤੁਹਾਨੂੰ ਯਾਦ ਹੋਵੇ ਆਪਾਂ ਨੋਟਸ ਇੱਦਾਂ ਹੀ ਸਟਾਰਟ ਕਰਦੇ ਹੁੰਦੇ ਹਾਂ, ਦਿਸ ਇਜ਼ ਟੂ ਇਨਫੋਰਮ। ਸੋ ਇਹੀ ਸੂਟੇਬਲ ਬਿਗਨਿੰਗ ਆ, ਆਪਸ਼ਨ ਏ ਚੂਜ਼ ਕਰੋ। ਕੁਐਸਚਨ ਨੰਬਰ 5, ਫॉर whom will the notes be written। ਓਕੇ, ਨੋਟਸ ਲਿਖਿਆ ਕਿੰਨਾ ਲਈ ਜਾਣਾ ਹੈ ਨਾ। ਹੁਣ ਇੱਥੇ ਇਹ ਪੁੱਛਿਆ ਜਾ ਰਿਹਾ ਕਿੰਨਾ ਲਈ ਜਾਣਾ, ਸਟੂਡੈਂਟਸ ਆਫ ਦਾ ਸਕੂਲ। ਸਕੂਲ ਦੇ ਵਿੱਚ ਖੋਇਆ ਗਾ।
ਸੋ ਸਕੂਲ ਦੇ ਸਟੂਡੈਂਟਸ ਹੀ ਲਿਖਿਆ ਜਾਊ, ਉਹਨਾਂ ਨੂੰ ਹੀ ਲੱਭੂਗਾ, ਹੋਰ ਬਾਹਰਲਾ ਤਾਂ ਕੋਈ ਹੈ ਨਹੀਂ ਸਕੂਲ 'ਚ। ਸੋ ਇਹਦਾ ਵੀ ਆਪਸ਼ਨ ਏ ਚੂਜ਼ ਕਰਾਂਗੇ ਅਸੀਂ, ਠੀਕ ਹੈ। ਉੱਥੇ ਪੇਰੈਂਟਸ ਦਾ ਕੋਈ ਰੋਲ ਨਹੀਂ, ਟੀਚਰਸ ਨੇ ਨਹੀਂ ਲਿਖਿਆ, ਸੋ ਸਟੂਡੈਂਟਸ ਲਈ ਲਿਖਿਆ ਜਾਣਾ ਆਪਸ਼ਨ ਏ ਇਜ਼ ਅ ਰਾਈਟ ਆਂਸਰ। ਸੈਕਿੰਡ ਨੋਟਸ ਆ ਗਿਆ, ਦੇਖੋ, ਯੂ ਆਰ ਅਕਸ਼ੇ ਖੰਨਾ, you are the sports captain of your school. Your school is organizing sports day in a week's time. Write a notes for students to be put up on the notice board to inform them about the date, time, venue of the sports day. लो जी पढ़ लिया स्टेटमेंट, फटाफट हम आंसर्स आ जाएंगे तुहानू। हू विल ड्राफ्ट द नोट्स, कौन नोट्स लिखूगा? स्पोर्ट्स कैप्टन, ठीक है, पहली लाइन दे विच ही पिया, सो ए ऑप्शन चूज की। वट विल द नोट्स इनफॉर्म अबाउट द स्पोर्ट्स डे, स्पोर्ट्स डे दे विच ਜਿਹੜੇ ਬਾਰੇ ਨੋਟਸ ਅਸੀਂ ਡਰਾਫਟ ਕਰਨ ਜਾ ਰਹੇ ਹਾਂ ਉਹ ਕਿਹੜੀਆਂ ਚੀਜ਼ਾਂ ਦੀ ਸਾਨੂੰ ਜਾਣਕਾਰੀ ਦਊਗਾ? ਵੈਨਿਊ ਦੱਸੂ, ਡੇਟ ਦੱਸੂ, ਟਾਈਮ ਦੱਸੂ। ਸੋ ਆਲ ਆਫ ਦੀ ਸਾਰੀਆਂ ਗੱਲਾਂ ਹੀ ਦੱਸਣੀਆਂ ਨੇ, ਸੋ ਡੀ ਆਪਸ਼ਨ ਚੂਜ਼ ਕਰਾਂਗੇ। ਵਾਟ ਇਜ਼ ਦ ਸਕੂਲ ਔਰਗੇਨਾਈਜ਼ਿੰਗ, ਸਕੂਲ ਕਿਹੜੀ ਚੀਜ਼ ਔਰਗੇਨਾਈਜ਼ ਕਰਨ ਜਾ ਰਿਹਾ? ਸਪੋਰਟਸ ਡੇ, ਸਪੋਰਟਸ ਵੀਕ, ਬੋਥ ਏ ਐਂਡ ਵੀ, ਨਨ ਆਫ ਦੀਜ਼, ਸਪੋਰਟਸ ਡੇ। ਸੋ ਇਹ ਆਪਸ਼ਨ ਚੂਜ਼ ਕਰਾਂਗੇ। सूटेबल हैडिंग अगे आ गया चूज करने लिए, एनुअल स्पोर्ट्स डे, एनुअल स्पोर्ट्स वीक, नोटिस बोर्ड, अक्षय खन्ना। सो सी और डी तो पहले ही कैंसल कर दो। हुण रह गया एनुअल स्पोर्ट्स डे और एनुअल स्पोर्ट्स वीक। वीक की तो कोई गल नहीं, वीक टाइम होया लिखिया होया, सो ए ऑप्शन चूज करांगे। फॉर होम विल द नोट्स बी रिटन, किहदे लई नोट्स रिटन किया जा रहा हैगा? इत्थे मैं आंसर लाना भुल गई। हाँ जी, किहदे लई नोट्स रिटन किया जा रहा हैगा? ਸਕੂਲ ਦੇ ਸਟੂਡੈਂਟਸ ਲਈ। ਨੈਚੁਰਲੀ ਉੱਥੇ ਉਹਨਾਂ ਕਿਹਾ ਨਾ ਬੱਚਿਆਂ ਨੂੰ, ਦੇਖੋ ਦੁਬਾਰਾ ਫਿਰ ਤੋਂ ਅਗਰ ਕਿਤੇ ਡਾਊਟ ਆਉਂਦਾ, ਰਾਈਟ ਆ ਨੋਟਸ ਫॉर ਸਟੂਡੈਂਟਸ ਟੂ ਬੀ। ਸੋ ਕਿਹਦੇ ਲਈ ਆ? ਸਟੂਡੈਂਟਸ ਲਈ ਆ। ਏ ਆਪਸ਼ਨ ਚੂਜ਼ ਕਰਾਂਗੇ ਬੇਟਾ ਅਸੀਂ ਇੱਥੇ। ਪੰਜਵੇਂ ਦਾ ਆਨਸਰ ਹੈ ਏ ਆਪਸ਼ਨ। ਮੈਂ ਇੱਥੇ ਟਿਕ ਲਾਉਣਾ ਭੁੱਲ ਗਈ, ਹੁਣ ਮੇਰੇ ਕੋਲ ਪੈਨ ਨਹੀਂ ਹੈ ਇਸ ਵਾਲੀ ਉਹਦੇ 'ਚ ਜਿਹੜਾ ਖੋਲ੍ਹਿਆ ਹੋਇਆ, ਠੀਕ। ਸੋ ਨਹੀਂ, ਚਲੋ ਤੁਸੀਂ ਏ ਆਨਸਰ ਮਾਰਕ ਕਰੋ ਇਹਦਾ। ਨੈਕਸਟ ਵਨ ਆ ਗਿਆ, ਯੂ ਹੈਵ ਫਾਊਂਡ ਅ ਪਰਸ ਲਾਇੰਗ ਇਨ ਵਨ ਆਫ ਦਾ ਸਕੂਲ ਗਰਾਊਂਡ। ਸਕੂਲ ਦੇ ਵਿੱਚ ਇੱਕ ਤੋਂ ਜ਼ਿਆਦਾ ਗਰਾਊਂਡ, ਇੱਕ ਗਰਾਊਂਡ ਦੇ ਵਿੱਚ ਡਿੱਗਿਆ ਪਿਆ ਪਰਸ ਮਿਲਿਆ। ਰਾਈਟ ਅ ਨੋਟਸ ਆਸਕਿੰਗ ਦਾ ਓਨਰ ਆਫ ਦਾ ਪਰਸ ਟੂ ਕੰਟੈਕਟ ਯੂ। ਹੁਣ ਉਸ ਪਰਸ ਦਾ ਓਨਰ ਕੌਣ ਆ, ਉਹ ਤੁਹਾਨੂੰ ਮਿਲੇ, ਹੁਣ ਉਹਦੇ ਬਾਰੇ ਅਸੀਂ ਨੋਟਸ ਲਿਖਣਾ। ਲਓ ਜੀ, ਹੁਣ ਇਹਦੇ ਨਾਲ ਰਿਲੇਟਡ ਕੁਐਸਚਨਸ ਦੇਖੋ। ਵਟ ਇਜ਼ ਫਾਊਂਡ ਇਨ ਦਾ ਗਿਵਨ ਨੋਟਿਸ, ਗਿਵਨ ਨੋਟਿਸ ਦੇ ਵਿੱਚ ਕਿਹੜੀ ਚੀਜ਼ ਲੱਭਣੀ ਦੀ ਗੱਲ ਕੀਤੀ ਗਈ ਹੈ? ਪਰਸ ਲੱਭਿਆ, ਬੀ ਆਪਸ਼ਨ। ਵੇਅਰ ਇਟ ਇਜ਼ ਫਾਊਂਡ, ਕਿੱਥੇ ਲੱਭਿਆ? ਵਨ ਆਫ ਦਾ ਸਕੂਲ ਗਰਾਊਂਡਸ, ਉੱਪਰ ਲਿਖਿਆ ਹੋਇਆ ਪਹਿਲੀ ਲਾਈਨ ਦੇ ਵਿੱਚ, ਸੋ ਬੀ ਆਪਸ਼ਨ ਚੂਜ਼ ਕਰੋ। ਵੈਰੀ ਗੁੱਡ। ਨੈਕਸਟ ਵਨ, ਫॉर ਹੂਮ ਵਿਲ ਦਾ ਨੋਟਸ ਬੀ ਰਿਟਨ, ਕਿਹਨਾਂ ਲਈ ਲਿਖਣਾ ਨੋਟਸ? ਸਟੂਡੈਂਟਸ ਆਫ ਦਾ ਸਕੂਲ, ਠੀਕ। ਓਕੇ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਸੂਟੇਬਲ ਫॉर ਦਾ ਨੋਟਸ। ਸਾਡੇ ਕੋਲ 4 ਆਪਸ਼ਨਸ ਦਿੱਤੀਆਂ ਹੋਈਆਂ ਨੇ, ਧਿਆਨ ਨਾਲ ਚਾਰਾਂ ਨੂੰ ਪੜ੍ਹਨੀ ਅਤੇ ਦੱਸਣੀ ਕਿਹੜੀ ਨਹੀਂ ਲਿਖਣੀ, ਕਿਹੜੀ ਸੂਟੇਬਲ ਨਹੀਂ ਹੈਗੀ। ਅ ਪਰਸ ਹੈਜ਼ ਬੀਨ ਫਾਊਂਡ ਇਨ ਦਾ ਸਕੂਲ ਗਰਾਊਂਡ, ਸਹੀ ਆ, ਇੱਕ ਪਰਸ ਲੱਭਿਆ ਸਕੂਲ ਗਰਾਊਂਡ 'ਚ। ਸੈਕਿੰਡ ਆ, ਪਰਸ ਹੈਜ਼ ਬੀਨ ਲੋਸਟ ਇਨ ਦਾ ਸਕੂਲ ਗਰਾਊਂਡ। ਹੁਣ ਤੁਸੀਂ ਤਾਂ ਉੱਥੇ ਲੱਭਿਆ, ਜਿਹਨੂੰ ਲੱਭਿਆ ਉਹ ਨੋਟਸ ਡਰਾਫਟ ਕਰ ਰਿਹਾ, ਸੋ ਲੋਸਟ ਦੀ ਤਾਂ ਉੱਥੇ ਗੱਲ ਨਹੀਂ ਹੋਊਗੀ। ਅ ਪਰਸ ਹੈਜ਼ ਬੀਨ ਫਾਊਂਡ ਲਾਇੰਗ ਇਨ ਦਾ ਸਕੂਲ ਗਰਾਊਂਡ, ਇਹ ਵੀ ਸਹੀ ਹੈ। ਦਾ ਓਨਰ ਸ਼ੁੱਡ ਕੰਟੈਕਟ ਦਾ ਅੰਡਰਸਾਈਨਡ, ਇਹ ਵੀ ਲਿਖਾਂਗੇ। ਸੋ ਬੀ ਆਪਸ਼ਨ ਆ, ਲੋਸਟ ਵਾਲੀ ਕਿਤੇ ਗੱਲ ਨਹੀਂ ਹੋਣੀ, ਚੂਜ਼ ਕਰਨਾ ਆਨਸਰ ਵੀ। ਫਿਫਥ, ਸੂਟੇਬਲ ਹੈਡਿੰਗ ਦੀ ਗੱਲ ਹੋ ਰਹੀ ਆ। ਸੋ ਹੁਣ ਪਹਿਲੇ 'ਚ ਲੋਸ ਸੀ, ਇਹਦੇ 'ਚ ਹੁਣ ਲੱਭੇ ਦੀ ਗੱਲ ਕਰੀਏ, ਜਿਹਨੇ ਲੱਭਿਆ ਉਹ ਨੋਟਸ ਡਰਾਫਟ ਕਰ ਰਿਹਾ, ਸੋ ਫਾਊਂਡ 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 ਲਿਖੂਗਾ। ਓਕੇ, ਨੈਕਸਟ ਐਂਡ ਫੋਰਥ ਵਨ ਆ ਗਿਆ, ਦੇਖੋ, ਯੂਅਰ ਸਕੂਲ ਇਜ਼ ਔਰਗੇਨਾਈਜ਼ਿੰਗ ਅ ਟ੍ਰਿਪ ਟੂ ਦਿੱਲੀ ਐਂਡ ਆਗਰਾ। ट्रिप जा रहा दिल्ली एंड आगरा। यू आर द सैकटरी ऑफ द टूर ऑर्गेनाइजिंग कमेटी। ड्राफ्ट आ नोट्स आस्किंग द स्टूडेंट्स टू गिव देयर नेम्स टू यू। ओके, हुण देखो ये क्वेश्चन, चूज द सूटेबल हैडिंग। पहला तो उन्होंने हैडिंग टूर बारे आ, सो टूर लिखांगे असीं। हुण टूर भी लिख सकते हैं, पर इत्थे साडे कोल ऑप्शन नहीं, क्योंकि असीं ऑप्शन चूज करना। टू दिल्ली एंड आगरा पहले ही आ, ठीक है, पहली भी लाइन दे विच आ, सो इहनूं असीं चूज करांगे। हू इज़ ऑर्गेनाइजिंग द टूर, कौन टूर ऑर्गेनाइज कर रहा? यूअर स्कूल। सो साडे कोल स्कूल आ, सोसाइटी आ, दो ऑप्शन सोसाइटी लिखा है गुरुद्वारा, सो असीं चूज करांगे ऑप्शन
ए स्कूल। हू विल ड्राफ्ट द नोट्स, कौन नोट्स ड्राफ्ट करूगा? सैकटरी की हुणी गल कीती सी ना, सो फिर सैकटरी। टूरिंग ऑर्गेनाइजिंग कमेटी, लो जी ये ऑप्शन आ। फॉर हूम विल द नोट्स बी रिटन, किहदे लई नोट्स रिटन किया जा रहा? स्टूडेंट्स लई, उन्होंने नाम पूछे जा रहे हैं कि किहड़े जाना चाहुंदे आ। सो इत्थे की आऊगा? ए। नैक्सट वन, विच स्टेटमेंट गिव्स द प्रॉपर डिटेल ऑफ द टूर, किहड़ी स्टेटमेंट दे विच प्रॉपर डिटेल दित्ती गई आ? पहली दे ऑप्शन दे विच की कह रहे ने, दिल्ली एंड आगरा आर इंपॉर्टेंट सिटीज़ इन इंडिया, दिल्ली ते आगरा महत्वपूर्ण शहर ने इंडिया के। कोई टूर बारे कोई जानकारी नहीं। टू गिव द नेम्स ऑफ दो स्टूडेंट हू वांट टू गो टू द ट्रिप टू द सैकटरी ऑफ टूरिंग ऑर्गेनाइजिंग कमेटी, ये ये गल करी जाती है वो बच्चे जोड़े जाना चाहते हैं वो नाम दे देना, इत्थे भी डिटेल नहीं टूर बारे कोई। सो सी ऑप्शन इज़ अ राइट आंसर। इट विल बी अ टूर ऑफ 10 days फ्रॉम 1 February टू 10 February 2022। भी 1 फरवरी तो 10 फरवरी तक टूर जा रहा 10 दिनों का, ये टूर की डिटेल है ना। सो सी ऑप्शन चूज करांगे। लो जी पंजवां नोट्स आ गया तुहाडा। यू आर द कैप्टन ऑफ योर स्कूल हाउस, योर हाउस इज़ ऑर्गेनाइजिंग एन इंटर हाउस डिबेट competition, draft our notes inviting the participant to give you their name within a week। ਓਕੇ ਕੀ ਹੋਣ ਜਾ ਰਿਹਾ? ਤੁਸੀਂ ਸਕੂਲ ਦੇ ਕੈਪਟਨ ਹੋ, ਹਾਊਸ ਕੈਪਟਨ ਹੋ। ਓਕੇ ਹੁਣ ਹੂ ਵਿਲ ਡਰਾਫਟ ਨੋਟਸ? ਹਾਊਸ ਕੈਪਟਨ, ਹੁਣੇ ਗੱਲ ਹੋਈ। ਸੋ ਇੱਥੇ ਅਸੀਂ ਚੂਜ਼ ਕਰਾਂਗੇ ਹੂ ਇਜ਼ ਆਰਗੇਨਾਈਜ਼ਿੰਗ ਦ ਕੰਪੀਟੀਸ਼ਨ, ਕੌਣ ਕਰ ਰਿਹਾ? ਸਕੂਲ ਕਰ ਰਿਹਾ। ਸੋ ਇੱਥੇ ਸਕੂਲ ਚੂਜ਼ ਕਰਾਂਗੇ। ਵਿਚ ਕੰਪੀਟੀਸ਼ਨ ਇਜ਼ ਬੀਇੰਗ ਆਰਗੇਨਾਈਜ਼ਡ, ਕਿਹੜਾ ਕੰਪੀਟੀਸ਼ਨ? ਇੰਟਰ ਹਾਊਸ ਡਿਬੇਟ ਕੰਪੀਟੀਸ਼ਨ। ਸੋ ਇੰਟਰ ਸਕੂਲ ਨਹੀਂ ਕਰਨਾ, ठीक है। इंटर स्कूल मीनस एक स्कूल के बच्चों का दूजे स्कूल ना। इंटर स्टेट मीनस एक स्टेट का दूजे स्टेट के बच्चों ना। इत्थे सिर्फ हाउसिस का हो रहा। सो इंटर हाउस ए ऑप्शन चूज करांगे। चूज द ऑप्शन विच राइटली कंप्लीट्स द ओपनिंग ऑफ द नोट्स। ठीक है, ओपनिंग दी हुई नोट्स की किहड़ी लाइन उन्होंने कंप्लीट करूगी? दिस इज़ टू इनफॉर्म ऑल द स्टूडेंट्स दैट। हुण तो बाद की असीं गल करनी है? पहला ऑल मस्ट गिव देयर नेम्स, नो। Interested student invited to participate in the competition, no। The school is organizing an inter-house debate competition। हाँ जी, सारिਆਂ ਨਾਲੋਂ ਪਹਿਲਾਂ ਅਸੀਂ ਜਿਹੜਾ ਕੰਪੀਟੀਸ਼ਨ ਹੋਣ ਜਾ ਰਿਹਾ ਉਹਦੇ ਬਾਰੇ ਜਾਣਕਾਰੀ ਦਿੰਦੇ ਹੁੰਦੇ ਹਾਂ। ਸੋ ਇਹ ਵਾਲਾ ਆਪਸ਼ਨ ਸੀ ਚੂਜ਼ ਕਰਾਂਗੇ ਅਸੀਂ ਇੱਥੇ। ਪੰਜਵਾਂ, ਬਟ ਕੈਨ ਬੀ ਦ ਸੂਟੇਬਲ ਕਲੋਜ਼ਿੰਗ ਲਾਈਨ ਫॉर द ਨੋਟਸ। क्लोजिंग लाइन एंड वाली लाइन केड़ी हो सकती है सूटेबल? इंटरस्टेड स्टूडेंट्स मस्ट गिव देयर नेम विदिन अ वीक टू द अंडरसाइंड। हुणे तो इस नोट्स बारे सी, सो ये ऑप्शन असीं चूज कर लांगे। इस तो इलावा होर किसी भी नोट्स की एंडिंग लाइन पूछी जाती है तो उत्थे कंटैक्ट टू अंडरसाइंड ही लिखिया हुंदा, जिहड़ा अंडरसाइंड वाली हुंदी है वो लास्ट और क्लोजिंग लाइन हुंदी है बेटा। ठीक है, सो ये हो गया ਤੁਹਾਡਾ ਜਿਹੜਾ ਰਿਵੀਜ਼ਨ ਮਟੀਰੀਅਲ ਆਇਆ ਹੋਇਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਵੀ ਹੋਰ ਵੀ ਟੀਚਰਸ ਆਪਣੇ ਵੱਲੋਂ ਤਿਆਰ ਕਰਕੇ ਕੁਐਸਚਨ ਤੁਹਾਨੂੰ ਕਰਾ ਸਕਦੇ ਨੇ। ਸੋ ਮੈਂ ਥੋੜ੍ਹੇ ਹੋਰ ਕੁਐਸਚਨ ਵੀ ਕਵਰ ਕਰਵਾਵਾਂਗੀ ਜਿਹੜੇ ਬੇਸਿਕ ਨੇ ਨੋਟਸ ਨਾਲ ਰਿਲੇਟਡ। ਹੁਣ ਆਪਾਂ ਉਹ ਦੇਖਦੇ ਹਾਂ, ਠੀਕ ਹੈ। ਹਾਂਜੀ ਬੇਟਾ, ਇਹ ਕੁਝ ਬੇਸਿਕ ਕੁਐਸਚਨਸ ਨੇ, ਜਿੱਦਾਂ ਇਹਨਾਂ ਨੂੰ ਵੀ ਦੇਖੋ ਧਿਆਨ ਨਾਲ ਤੁਸੀਂ। ਇਫ ਯੂ ਵਾਂਟ ਟੂ ਪ੍ਰੋਟੈਕਟ ਯੂਅਰ ਕਲੋਨੀ, ਸਟਰੀਟ ਔਰ ਲੋਕੈਲਿਟੀ from dengue fever, you can draft a notes for the residents। ਉੱਥੇ ਹੁਣ ਸਿਰਫ ਸਕੂਲ ਨਾਲ ਰਿਲੇਟਡ ਸੀ, ਹੁਣ ਸਕੂਲ ਤੋਂ ਬਾਹਰ ਨਾਲ ਰਿਲੇਟਡ ਆ ਗਿਆ ਨਾ। ਸੋ ਵੀ ਕਹਿੰਦੇ ਤੁਸੀਂ ਇਹ ਟਰੂ ਜਾਂ ਫਾਲਸ ਦੇ ਵਿੱਚ ਹੀ ਪੁੱਛਿਆ ਗਿਆ ਕਿ ਤੁਸੀਂ ਯੂ ਕੈਨ ਡਰਾਫਟ ਆ ਨੋਟਸ ਫॉर ਰੈਜ਼ੀਡੈਂਟਸ। ਟਰੂ ਆ, ਠੀਕ। ਅਸੀਂ ਇੱਕ ਨੋਟਸ ਲਿਖਾਂਗੇ ਡੇਂਗੂ ਬਾਰੇ ਲੋਕਾਂ ਨੂੰ ਅਵੇਅਰ ਕਰਨ ਲਈ ਅਤੇ ਉਹਨੂੰ ਕੰਧਾਂ 'ਤੇ ਚਿਪਕਾ ਦਿਆਂਗੇ। ਸੋ ਟਰੂ ਆ। ਨੋਟਸ ਸ਼ੁੱਡ ਬੀ ਡੈਸ਼ ਵਰਡਸ, ਕਿੰਨੇ ਸ਼ਬਦ ਇੱਕ ਨੋਟਸ ਦੇ ਵਿੱਚ ਹੋਣੇ ਚਾਹੀਦੇ ਨੇ? ਦੇਖੋ ਇਹ ਬੇਸਿਕ ਆ, ਬਹੁਤ ਧਿਆਨ ਨਾਲ। 50 ਵਰਡਸ। ਓਕੇ, ਇੱਕ ਨੋਟਸ ਦੇ ਵਿੱਚ 50 ਸ਼ਬਦਾਂ ਤੋਂ ਜ਼ਿਆਦਾ ਸ਼ਬਦ ਨਹੀਂ ਹੋਣੇ ਚਾਹੀਦੇ। ਟੂ ਦਾ ਪੁਆਇੰਟ ਗੱਲ ਕਰਨੀ ਹੁੰਦੀ ਆ। ਸੋ ਆਪਸ਼ਨ ਏ ਆਨਸਰ ਹੈ ਬੇਟਾ। ਸਬਜੈਕਟ ਸ਼ੁੱਡ ਬੀ ਰਿਟਨ ਇਨ ਡੈਸ਼, ਜਿਹੜਾ ਸਬਜੈਕਟ ਆ, ਠੀਕ ਆ, ਉਹ ਕਾਹਦੇ 'ਚ ਲਿਖਣਾ? ਬਲੌਕ ਲੈਟਰਸ, ਮੀਨਸ ਵੱਡੇ ਅੱਖਰਾਂ ਦੇ ਵਿੱਚ ਲਿਖਣਾ। ਐਨੀ ਫਾਰਮ, ਕਰਸਿਵ ਰਾਈਟਿੰਗ, ਸਮੋਲ ਲੈਟਰਸ, ਨੋ। ਆਲਵੇਜ਼ ਬਲੌਕ ਲੈਟਰ ਦੇ ਵਿੱਚ, ਯਾਨੀ ਕਿ ਵੱਡੇ ਕੈਪੀਟਲ ਲੈਟਰ ਦੇ ਵਿੱਚ ਤੁਸੀਂ ਲਿਖਣਾ ਸਬਜੈਕਟ। ਨੈਕਸਟ ਵਨ, ਵਾਟ ਇਜ਼ ਨਾਟ ਐਡਡ ਇਨ ਅ ਨੋਟਸ ਵੀਅਰਿੰਗ ਫਾਊਂਡ ਟਾਈਟਲ। ਹਾਂਜੀ, ਹੁਣ ਇਹ ਦੇਖਣਾ ਸੀ ਕੀ ਹੈ। ਇਹਨੂੰ 1 ਮਿੰਟ ਜ਼ੂਮ ਕਰ ਲਾਂ ਥੋੜ੍ਹਾ। ਓਕੇ,
थे फिर की लिटिल डिस्क्रिप्शन ऑफ फाइंड थिंग फाउंड, प्लेस ऑफ द ऑब्जैक्ट फाउंड, एंट्री डिस्क्रिप्शन ऑफ थिंग फाउंड। हाँ जी, असी कोई जो फाउंड वाला नोट्स लिखना तो असी वो की लिखनी है, जिहड़ी चीज़ सानू मिली है एंड वो बारे इंटायर है ना, वो बारे की वो रंग आ, किहड़ी कंपनी की बनी हुई है, किस तरह की, वो सारी डिटेल देनी होंदी है। सो सी ऑप्शन चूज करांगे। सब सबसक्रिप्शन शुड बी प्लेसड एट द बिगनिंग, ਇਹਦੇ ਵਿੱਚ ਨਹੀਂ ਸਬਸਕ੍ਰਿਪਸ਼ਨ ਲਿਖੀ ਜਾਂਦੀ ਨੋਟਸ ਦੇ ਵਿੱਚ, ਸੋ ਇਹ ਫਾਲਸ ਹੈ ਬੇਟਾ। ਦ ਹੈਡਿੰਗ ਆਫ ਆ ਸਬਜੈਕਟ ਸ਼ੁੱਡ ਬੀ ਬਰੀਫ ਐਂਡ ਕੈਚੀ, ਇਹਦਾ ਮਤਲਬ ਕੀ ਆ, ਲੌਂਗ ਨਹੀਂ ਹੋਣਾ ਚਾਹੀਦਾ, ਵੱਡਾ ਸਾਰਾ ਨਹੀਂ ਹੈਡਿੰਗ ਲਿਖਣਾ, ਉਹਨੂੰ ਅਵੋਇਡਡ, ਨਾਟ ਬੀ ਮੈਂਸ਼ਨਡ। ਸੋ ਇੱਥੇ ਹੁੰਦਾ ਵੀ ਛੋਟਾ ਵੀ ਹੋਵੇ ਅਤੇ ਸਭ ਦਾ ਧਿਆਨ ਵੀ ਖਿੱਚੇ, ਜਿੱਦਾਂ ਆਪਾਂ ਲਿਖਦੇ ਹਾਂ ਫਾਊਂਡ ਫਾਊਂਡ ਫਾਊਂਡ, ਲੌਸਟ ਲੌਸਟ ਲੌਸਟ, ਹੈ ਨਾ। ਸੋ ਉਸ ਤਰੀਕੇ ਦਾ। ਸੋ ਡੀ ਆਪਸ਼ਨ ਚੂਜ਼ ਕਰਾਂਗੇ। ਸਿਗਨੇਚਰ ਸ਼ੁੱਡ ਬੀ ਪਲੇਸਡ ਐਟ ਦ ਐਂਡ। ਹਾਂਜੀ, ਜਿਹੜਾ ਬੰਦਾ ਨੋਟਸ ਲਿਖ ਰਿਹਾ ਉਹਦੇ ਸਿਗਨੇਚਰ ਉੱਥੇ ਡੈਜੀਗਨੇਸ਼ਨ ਲਿਖ ਕੇ ਥੱਲੇ ਐਂਡ 'ਤੇ ਹੋਣੀ ਨੇ। ਸੋ ਟਰੂ ਹੈ ਇਹ। ਇਫ ਯੂ ਵਾਂਟ ਟੂ ਚੇਂਜ ਯੂਅਰ ਨੇਮ ਔਰ ਐਡਰੈਸ ਯੂ ਕੈਨ ਰਾਈਟ ਅ ਨੋਟਸ, ਇਹ ਵੀ ਟਰੂ ਆ। ਜੇ ਤੁਸੀਂ ਆਪਣਾ ਕੋਈ ਐਡਰੈਸ ਚੇਂਜ ਕਰ ਰਹੇ ਹੋ ਹੈ ਨਾ, ਸੋ ਉਹਦੇ ਬਾਰੇ ਵੀ, ਨੇਮ ਚੇਂਜ ਕਰ ਰਹੇ ਹੋ ਉਹਦੇ ਬਾਰੇ ਵੀ ਆਪਾਂ ਪੇਪਰ ਦੇ ਵਿੱਚ ਜਿਹੜਾ ਦਿੰਦੇ ਹਾਂ, ਕਢਾਉਂਦੇ ਹਾਂ ਕਾਲਮ, ਉਹ ਵੀ ਇੱਕ ਤਰੀਕੇ ਦਾ ਨੋਟਸ ਹੁੰਦਾ। ਟਰੂ। ਵਟ ਇਜ਼ ਰਿਟਨ ਔਨ ਦਾ ਟੋਪ ਆਫ ਦਾ ਨੋਟਸ, ਸਾਰਿਆਂ ਨੂੰ ਉੱਪਰ ਕੀ ਲਿਖਿਆ ਜਾਂਦਾ ਨੋਟਸ ਦੇ ਵਿੱਚ? ਨੇਮ ਆਫ ਦਾ ਇੰਸਟੀਟਿਊਸ਼ਨ, ਕਿਸੇ ਵੀ ਸੰਸਥਾ ਦਾ ਨਾਮ ਜਿਹਦੇ ਵੱਲੋਂ ਨੋਟਸ ਲਿਖਿਆ ਜਾ ਰਿਹਾ, ਸਾਰਿਆਂ ਨਾਲੋਂ ਪਹਿਲਾਂ ਉਹਦਾ ਨਾਮ ਹੁੰਦਾ ਗਾ। ਸੋ ਬੀ ਆਪਸ਼ਨ ਚੂਜ਼ ਕਰਾਂਗੇ। ਨੈਕਸਟ ਵਨ, ਦ ਲੈਂਗੁਏਜ ਆਫ ਦ ਨੋਟ ਸ਼ੁੱਡ ਬੀ ਕੰਪਲੀਟਲੀ ਇੰਪਰਸਨਲ ਜਾਂ ਪਰਸਨਲ। ਪਰਸਨਲ ਜਿੱਦਾਂ ਆਪਾਂ ਆਮ ਦੋਸਤਾਂ ਨਾਲ ਗੱਲਬਾਤ ਕਰਦੇ ਹਾਂ, ਨੋਟਸ ਅਸੀਂ ਜਦੋਂ ਸਾਰਿਆਂ ਲਈ ਲਿਖ ਰਹੇ ਹਾਂ ਤਾਂ ਇੰਪਰਸਨਲ ਲੈਂਗੁਏਜ ਯੂਜ਼ ਕਰਨੀ ਆ ਅਸੀਂ ਉੱਥੇ, ਠੀਕ। ਇਹ ਆਪਸ਼ਨ ਚੂਜ਼ ਕਰਾਂਗੇ। ਦ ਨੋਟਸ ਆਨਸਰਸ ਕੁਐਸਚਨਸ ਲਾਈਕ ਵਾਟ, ਵੈਨ ਐਂਡ ਵੇਅਰ। ਕਹਿੰਦੇ ਨੋਟਸ ਆ ਜਿਹੜਾ ਉਹ ਇੱਦਾਂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਾ, ਕੀ ਆ, ਕਦੋਂ ਆ, ਕਿੱਥੇ ਆ। ਸਹੀ ਆ, ਇਹਨਾਂ ਦਾ ਹੀ ਦਿੰਦਾ ਨੋਟਸ। ਸੋ ਅਸੀਂ ਟਰੂ ਇਹਨੂੰ ਟਿਕ ਕਰਾਂਗੇ। ਹੂ ਵਿਲ ਸਾਈਨ ਦਾ ਨੋਟਸ, ਕੌਣ ਸਾਈਨ ਕਰਦਾ ਹੁੰਦਾ ਨੋਟਸ ਨੂੰ? ਹੁਣ ਇੱਥੇ ਸਾਡੇ ਕੋਲ ਆਪਸ਼ਨ ਦਿੱਤੀਆਂ, ਹੈਡ ਗਰਲ, ਹੈਡ ਬੋਏ, ਬੋਥ ਆਫ ਦੈਮ, ਨਨ ਆਫ ਦੈਮ। ਸੋ ਜਿਹੜਾ ਨੋਟਸ ਲਿਖ ਰਿਹਾ ਗਾ ਉਹੀ ਸਾਈਨ ਕਰਦਾ ਹੁੰਦਾ। ਜੇ ਹੈਡ ਬੋਏ ਲਿਖ ਰਿਹਾ ਤਾਂ ਹੈਡ ਬੋਏ ਹੋਊਗਾ। ਹੁਣ ਉੱਪਰ ਇੱਦਾਂ ਦੀ ਤਾਂ ਕੋਈ ਗੱਲ ਦਿੱਤੀ ਨਹੀਂ ਹੋਈ, ਸੋ ਨਨ ਆਫ ਦੀਜ਼ ਦੇਖਾਂਗੇ ਅਸੀਂ, ਜਾਂ ਨਨ ਆਫ ਦੈਮ। ਦ ਪਰਪਜ਼ ਆਫ ਦ ਨੋਟ ਸ਼ੁੱਡ ਨਾਟ ਬੀ ਵੈਰੀ ਕਲੀਅਰ, ਫਾਲਸ ਆ। ਨੋਟਸ ਦਾ ਪਰਪਜ਼ ਆਲਵੇਜ਼ ਵੈਰੀ ਕਲੀਅਰ ਹੋਣਾ ਚਾਹੀਦਾ, ਕਿਉਂਕਿ ਸਾਡੇ ਕੋਲ ਓਨਲੀ 50 ਸ਼ਬਦ ਨੇ ਜਿਹਦੇ ਵਿੱਚ ਅਸੀਂ ਆਪਣੀ ਗੱਲ ਨੂੰ ਐਕਸਪ੍ਰੈਸ ਕਰਨਾ। ਸੋ ਪਰਪਜ਼ ਬਿਲਕੁਲ ਕਲੀਅਰ ਹੋਣਾ ਚਾਹੀਦਾ। ਸੋ ਇਹ ਫਾਲਸ ਆ। ਅਗਰ ਨਾਟ ਨਾ ਲੱਗਿਆ ਹੁੰਦਾ ਇੱਥੇ, ਸ਼ੁੱਡ ਬੀ ਵੈਰੀ ਕਲੀਅਰ, ਫਿਰ ਅਸੀਂ ਟਰੂ ਕਹਿੰਦੇ ਬੇਟਾ। ਨੋਟਸ ਪ੍ਰੋਵਾਈਡਸ ਦਾ ਇਨਫੋਰਮੇਸ਼ਨ ਅਬਾਊਟ, ਨੋਟਸ ਕਾਹਦੇ ਬਾਰੇ ਇਨਫੋਰਮੇਸ਼ਨ ਦਿੰਦਾ? ਇਵੈਂਟਸ ਹੈਪਨਡ, ਜਿਹੜੀਆਂ ਘਟਨਾਵਾਂ ਵਾਪਰ ਗਈਆਂ। ਇਵੈਂਟ ਅਬਾਊਟ ਟੂ ਹੈਪਨ, ਜਿਹੜੀਆਂ ਵਾਪਰਨ ਵਾਲੀਆਂ ਨੇ। ਥਿੰਗ ਲੋਸਟ ਔਰ ਫਾਊਂਡ, ਕੋਈ ਚੀਜ਼ ਖੋ ਗਈ ਜਾਂ ਕੋਈ ਚੀਜ਼ ਲੱਭ ਗਈ। ਇਹ ਆਪਸ਼ਨਸ ਨੇ ਸਾਡੇ ਕੋਲ ਅਤੇ ਸਾਰੀਆਂ ਸਹੀ ਨੇ। ਸੋ ਆਲ ਆਫ ਦਾ ਅਬਵ ਅਸੀਂ ਇੱਥੇ ਚੂਜ਼ ਕਰਾਂਗੇ ਆਨਸਰ ਬੇਟਾ। ਨੈਕਸਟ, ਡੈਸ਼ ਇਜ਼ ਦਾ ਰਾਈਟ ਫਾਰਮੈਟ ਆਫ ਰਾਈਟਿੰਗ ਦਾ ਡੇਟ। ਹਾਂ, ਇੱਥੇ ਰਾਈਟ ਡੇਟ ਅਸੀਂ ਕਈ ਤਰੀਕਿਆਂ ਨਾਲ ਲਿਖਦੇ ਹਾਂ। ਜਿੱਦਾਂ ਹੁਣ ਦੇਖੋ, ਪਹਿਲਾਂ ਲਿਖਿਆ 16/10/2021, ਫਿਰ 16/10 ਪਾ ਕੇ ਪਹਿਲਾਂ ਪੁਆਇੰਟ ਲਾ ਕੇ ਲਿਖਤੀ, ਫਿਰ 16 ਵਰਡਸ ਦੇ ਵਿੱਚ ਲਿਖਤੀ। ਨੋ, ਇੱਥੇ ਇੱਕ ਪੈਟਰਨ ਇਹਨੇ ਮਿਸ ਕੀਤਾ ਹੋਇਆ। ਜਿਵੇਂ ਹੁਣ ਇੱਥੇ ਲਾਸਟ ਵਾਲਾ ਡੀ ਆਨਸਰ ਆ October 16, 2021। ਇੱਥੇ 16 ਅੱਗੇ ਵੀ ਆ ਸਕਦਾ ਸੀ, 16 October 2021 ਇੱਦਾਂ ਵੀ ਲਿਖ ਸਕਦੇ ਹਾਂ। ਜਦੋਂ ਅਸੀਂ ਨੋਟਸ ਵਗੈਰਾ ਦੇ ਵਿੱਚ ਜਾਂ ਲੈਟਰ ਦੇ ਵਿੱਚ ਡੇਟ ਲਿਖਦੇ ਹਾਂ ਬੇਟਾ, ਤਾਂ ਫਿਰ ਜਿਹੜਾ ਮੰਥ ਆ ਉਹ ਪੂਰਾ ਨਾਮ ਲਿਖੀਦਾ ਮੰਥ ਦਾ, ਠੀਕ ਹੈ। ਸੋ ਡੀ ਆਪਸ਼ਨ ਦੇ ਨਾਲ ਜਾਵਾਂਗੇ ਇੱਥੇ ਅਸੀਂ। ਨੈਕਸਟ ਵਨ, ਓਕੇ ਇੱਕ ਮਿੰਟ, ਹੈਵ ਸਪੈਸ਼ਲ ਪਲੇਸ ਫॉर ਫਿਕਸਿੰਗ ਦਾ ਨੋਟਸ ਬੋਰਡ ਫਰੋਮ ਵੇਅਰ ਐਵਰੀਵਨ ਕੈਨ ਰੀਡ ਦੈਮ। ਹਾਂਜੀ, ਸਪੈਸ਼ਲ ਪਲੇਸ ਰੈਜ਼ੀਡੈਂਸ਼ੀਅਲ ਕਲੋਨੀਜ਼, ਆਫਿਸਿਸ, ਐਜੂਕੇਸ਼ਨਲ ਇੰਸਟੀਟਿਊਸ਼ਨਸ। ਹਾਂ, ਇਹਨਾਂ ਦੇ ਵਿੱਚ ਸਾਰਿਆਂ ਦੀ ਜਗ੍ਹਾ ਨੋਟਸ ਬੋਰਡ ਦੀ ਇੱਕ ਸਪੈਸ਼ਲ ਜਗ੍ਹਾ ਹੁੰਦੀ ਹੈ ਜਿੱਥੇ ਨੋਟਸ ਲਗਾਇਆ ਜਾਂਦਾ। ਸੋ ਆਲ ਆਫ ਦਾ ਅਬਵ ਅਸੀਂ ਚੂਜ਼ ਕਰਾਂਗੇ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਇਹਨੂੰ ਕਲੋਜ਼ ਕਰਨ ਤੋਂ, ਅਗਰ ਤੁਹਾਨੂੰ ਇੱਥੇ ਇਹ ਕਲੀਅਰ ਨਹੀਂ ਦਿਖ ਰਿਹਾ, ਜਦੋਂ ਵੀਡੀਓ ਚੱਲ ਰਹੀ ਹੈ ਪਹਿਲਾਂ ਤਾਂ ਫੁੱਲ ਸਕਰੀਨ 'ਤੇ ਵੀਡੀਓ ਦੇਖੀ ਦੀ ਆ। ਜਦੋਂ ਵੀ ਕੋਈ ਐਜੂਕੇਸ਼ਨਲ ਵੀਡੀਓ ਤੁਸੀਂ ਦੇਖਦੇ ਹੋ ਅਤੇ ਉੱਪਰ ਜੇ 3 ਬਿੰਦੂ ਲੱਗੇ ਹੋਏ ਨੇ ਉਹਨਾਂ ਨੂੰ ਕਲਿੱਕ ਕਰੋ ਅਤੇ ਕੁਆਲਿਟੀ ਵਧਾ ਲੈਣੀ ਹੈ। ਅਤੇ ਜਿਹੜਾ ਤੁਹਾਨੂੰ ਜੇ ਅਗਰ ਧੁੰਦਲਾ ਦਿੰਦਾ ਤਾਂ ਫਿਰ ਆਪਣੇ ਆਪ ਉਹ ਕਲੀਨ ਹੋ ਜਾਊਗਾ ਬੇਟਾ, ਕੁਆਲਿਟੀ ਵਧਾਉਣੀ ਪੈਂਦੀ ਹੈ ਉਹਦੇ ਲਈ, ਠੀਕ ਹੈ।
ओके नैक्सट वन है विच ऑफ द फॉलोइंग इन्फॉर्मेशन कैन बी प्रोवाइडड केड़ी इन्फॉर्मेशन प्रोवाइड करवाई जाए अरेंजिंग और पोस्टपोनिंग ऑफ मीटिंग एंड फंक्शनस टूर्स और कैंप्स एग्जीबिशनस और फेयर्स सारिਆਂ ਬਾਰੇ ਨੋਟਸ ਵਿੱਚ ਜਾਣਕਾਰੀ ਦਾ ਟੂਰ ਹੋਵੇ ਚਾਹੇ ਕੋਈ ਕੈਂਪ ਹੋਵੇ ਚਾਹੇ ਕੋਈ ਐਗਜ਼ੀਬਿਸ਼ਨ ਲੱਗੀ ਆ ਕੋਈ ਮੇਲਾ ਲੱਗਿਆ ਕੋਈ ਮੀਟਿੰਗ ਪੋਸਟਪੋਨ ਹੋ ਗਈ ਠੀਕ ਆ ਵਗੈਰਾ ਸੋ ਆਲ ਆਫ ਦਾ ਅਬਵ ਚੂਜ਼ ਕਰਾਂਗੇ ਇੱਥੇ ਵੀ ਵਿਚ ਆਫ ਦਾ ਫੋਲੋਇੰਗ ਕੁਐਸਚਨ ਸ਼ੁੱਡ ਬੀ ਆਨਸਰਡ ਵਾਈਲ ਰਾਈਟਿੰਗ ਆ ਨੋਟਸ ਕਿਹੜੀਆਂ ਚੀਜ਼ਾਂ ਦੇ ਆਨਸਰ ਦਿੱਤੇ ਆ ਪਹਿਲਾਂ ਹੀ ਆਪਾਂ ਕਰ ਚੁੱਕੇ ਹਾਂ ਇੱਥੇ ਥੋੜ੍ਹਾ ਉਹਨੂੰ ਘੁਮਾ ਕੇ ਹੋਰ ਤਰੀਕੇ ਨਾਲ ਪੁੱਛ ਲਿਆ ਸੋ ਇੱਥੇ ਵੀ ਆਲ ਆਫ ਦੀਜ਼ ਆਊਗਾ ਫਾਰਮੈਟ ਸ਼ੁੱਡ ਇਨਕਲੂਡਡ ਓਕੇ ਨੋਟਸ ਟਾਈਟਲ ਡੇਟ ਰਾਈਟਰਸ ਨੇਮ ਐਂਡ ਡੈਜ਼ਿਗਨੇਸ਼ਨ ਆਲ ਦਾ ਅਬਵ ਸਾਰਾ ਕੁਛ ਹੀ ਹੁੰਦਾ ਫਾਰਮੈਟ ਦੇ ਵਿੱਚ ਪਹਿਲਾਂ ਉੱਤੇ ਅਸੀਂ ਲਿਖਦੇ ਹਾਂ ਨੋਟਸ ਫਿਰ ਇੰਸਟੀਟਿਊਸ਼ਨ ਦਾ ਨਾਮ ਲਿਖਦੇ ਹਾਂ ਨਾ ਟਾਈਟਲ ਵੀ ਲਿਖਦੇ ਹਾਂ ਡੇਟ ਵੀ ਲਿਖਦੇ ਹਾਂ ਡੈਜ਼ਿਗਨੇਸ਼ਨ ਵੀ ਲਿਖਦੇ ਹਾਂ ਰਾਈਟਰ ਦੀ ਨਾਮ ਵੀ ਲਿਖਦੇ ਹਾਂ ਸੋ ਸਾਰਾ ਕੁਛ ਹੀ ਆਉਂਦਾ ਫਾਰਮੈਟ ਦੇ ਵਿੱਚ ਸੋ ਆਲ ਆਫ ਦੀਜ਼ ਆਊ ਇੱਥੇ ਸਾਨੂੰ ਪਹਿਲਾਂ ਮਗਰੋਂ ਨਹੀਂ ਪੁੱਛਿਆ ਕੁਛ ਵੀ ਸਿਰਫ ਉਹਨਾਂ ਨੇ ਪੁੱਛਿਆ ਇਨਕਲੂਡ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਫਾਰਮੈਟ ਦੇ ਵਿੱਚ ਸੋ ਸਾਰੀਆਂ ਹੀ ਹੁੰਦੀਆਂ ਨੇ ਆਲ ਆਫ ਦੀਜ਼ ਓਕੇ ਨੈਕਸਟ ਵਨ ਆ ਗਿਆ ਕਿੰਨੇ 2-3 ਰਹਿ ਗਏ ਹੈ ਨਾ ਵਾਟ ਇਜ਼ ਹਾਂਜੀ ਇਹ ਮੈਨੂੰ ਦੇਖਣਾ ਪੈਣਾ ਵਰਡ 1 ਮਿੰਟ ਹਾਂਜੀ ਬੇਟਾ ਇਹ ਵਰਡ ਆ ਸੂਡਨਮ ਜਿਹਦਾ ਮਤਲਬ ਹੁੰਦਾ ਉਪਨਾਮ ਜਾਂ ਕਲਪਨਿਕ ਨਾਮ ਜਿੱਦਾਂ ਰਾਈਟਰ ਲੋਕ ਆਪਦਾ ਨਾਮ ਦੀ ਜਗ੍ਹਾ ਅਸਲੀ ਨਾਮ ਦੀ ਜਗ੍ਹਾ ਕੋਈ ਹੋਰ ਨਾਮ ਯੂਜ਼ ਕਰ ਲੈਂਦੇ ਨੇ ਸੋ ਇੱਥੇ ਅਸੀਂ ਨੋਟਸ ਰਾਈਟਿੰਗ 'ਚ ਉਹਨਾਂ ਨੇ ਪੁੱਛਿਆ ਲੀਗਲ ਨੇਮ ਰੀਅਲ ਨੇਮ ਨਿਕ ਨੇਮ ਨੋ ਫਿਕਚਰਸ ਨੇਮ ਮੀਨਸ ਕਿ ਆਪਾਂ ਕਹਿ ਸਕਦੇ ਹਾਂ ਹੁਣ ਮੈਂ ਤੁਹਾਨੂੰ ਦੱਸ ਕੇ ਰਹੀ ਹਾਂ ਉਪਨਾਮ ਕੋਈ ਵਰਤ ਲਿਆ ਉਹਨਾਂ ਨੇ ਕਲਪਨਿਕ ਨਾਮ ਕੋਈ ਵਰਤ ਲਿਆ ਜਾਂ ਕੋਈ ਕਲਮਕਾਰ ਦਾ ਆਪਦਾ ਨਾਮ ਬਣਾ ਲੈਂਦੇ ਜਿੱਦਾਂ ਹੈ ਨਾ ਲੇਖਕ ਕੋਈ ਨਾਮ ਰੱਖ ਲੈਂਦੇ ਹੋਰ ਸੋ ਇੱਥੇ ਇਹਦਾ ਮਤਲਬ ਇਹ ਹੈ ਹੁਣ ਆ ਗਿਆ 21 ਵਿਚ ਆਫ ਦੀਜ਼ ਇਜ਼ ਦਾ ਮੋਸਟ ਸੂਟੇਬਲ ਵੇ ਟੂ ਸਟਾਰਟ ਇਹ ਆਪਾਂ ਸਟਾਰਟ ਵਾਲਾ ਬੜੀ ਵਾਰ ਕਰ ਲਿਆ ਦਿਸ ਇਜ਼ ਟੂ ਇਨਫੋਰਮ ਤੋਂ ਸਟਾਰਟ ਹੋਊਗਾ ਲੈਂਗੁਏਜ ਸ਼ੁੱਡ ਨਾਟ ਬੀ ਫਾਰਮਲ ਠੀਕ ਆ ਇੱਥੇ ਕਹਿੰਦੇ ਫਾਰਮਲ ਲੈਂਗੁਏਜ ਨਹੀਂ ਵਰਤਣੀ ਫਾਰਮਲ ਹੀ ਵਰਤਣੀ ਹੈ ਸੋ ਇਹ ਫਾਲਸ ਹੈ ਅੱਗੇ ਪੁੱਛਿਆ ਇੰਸਟੀਟਿਊਸ਼ਨ ਦਾ ਨਾਮ ਆ ਜਿਹੜਾ ਉਹ ਤੁਹਾਨੂੰ ਮੈਂ ਦੱਸਿਆ ਸੀ ਕੈਪੀਟਲ ਲੈਟਰਸ ਦੇ ਵਿੱਚ ਲਿਖਣਾ ਸੋ ਸਾਨੂੰ 4 ਆਪਸ਼ਨਸ ਇੱਥੇ ਪ੍ਰੋਵਾਈਡ ਕਰਾਈ ਗਈਆਂ ਜਿਹੜਾ ਬੋਲਡ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਕੈਪੀਟਲ ਲੈਟਰ ਦੇ ਵਿੱਚ ਲਿਖਿਆ ਹੋਇਆ ਅਸੀਂ ਉਹ ਚੂਜ਼ ਕਰਾਂਗੇ ਨੈਕਸਟ ਵਨ ਆ ਦੇਅਰ ਇਜ਼ ਨੋ ਨੀਡ ਟੂ ਰਾਈਟ ਹੁਣ ਇਹ ਵੀ ਸੈਲੂਟੇਸ਼ਨਸ ਵਾਲਾ ਗ੍ਰੀਟਿੰਗ ਜਿਹਨੂੰ ਨਮਸਤੇ ਹੈ ਨਾ ਉਹ ਵਗੈਰਾ ਉਹ ਇਹਦੇ 'ਚ ਨਹੀਂ ਯੂਜ਼ ਕਰਦੇ ਇੱਥੇ ਨੋ ਨੀਡ ਲਿਖਿਆ ਵੀ ਜ਼ਰੂਰਤ ਨਹੀਂ ਹੈ ਡੇਟ ਦੀ ਜ਼ਰੂਰਤ ਹੈ ਟਾਈਮ ਦੀ ਜ਼ਰੂਰਤ ਹੈ ਸੋ ਬੀ ਆਪਸ਼ਨ ਚੂਜ਼ ਕਰਾਂਗੇ ਦ ਐਂਟਾਇਰ ਕੰਟੈਂਟ ਆਫ ਦ ਨੋਟ ਸ਼ੁੱਡ ਬੀ ਨਾਟ ਬੀ ਪਲੇਸਡ ਵਿਦ ਇਨ ਅ ਬਾਕਸ ਓਕੇ ਇਹ ਫਾਲਸ ਆ ਕਿਉਂਕਿ ਕੋ ਨਾਟ ਲੱਗਿਆ ਹੋਇਆ ਜਦੋਂ ਵੀ ਨੋਟਸ ਲਿਖਣਾ ਅਸੀਂ ਸਾਰਾ ਕੰਟੈਂਟ ਆ ਜਿਹੜਾ ਉਹ ਇੱਕ ਬਾਕਸ ਦੇ ਵਿੱਚ ਲਿਖਣਾ ਠੀਕ ਜੇ ਇੱਥੇ ਨਾਟ ਨਾ ਲੱਗਿਆ ਹੁੰਦਾ ਸੋ ਅਸੀਂ ਟਰੂ ਚੂਜ਼ ਕਰਦੇ ਦ ਆਈਡੀਆ ਆਫ ਰਾਈਟਿੰਗ ਨੋਟਸ is to draw attention to some event that would take place ਹਾਂਜੀ ਕਿਸੇ ਇਵੈਂਟਸ ਜਿਹੜੀ ਕੋਈ ਹੋਣ ਜਾ ਰਹੀ ਹੈ ਨਾ ਘਟਨਾ ਉਹਦੇ ਪ੍ਰਤੀ ਧਿਆਨ ਖਿੱਚਣ ਲਈ ਨੋਟਸ ਲਿਖਿਆ ਜਾਂਦਾ ਸਹੀ ਆ ਟਰੂ ਚੂਜ਼ ਕਰਾਂਗੇ all the required information must be given in dash manner so that people notice it ਓਕੇ ਕਾਹਦੇ 'ਚ ਸਿੰਪਲ ਹੋਣੀ ਚਾਹੀਦੀ ਹੈ ਜਿਵੇਂ ਆਪਾਂ ਕਹਾਂਗੇ ਜਿਹੜੇ ਵੀ ਇਵੈਂਟ ਬਾਰੇ ਕੋਈ ਇਨਫੋਰਮੇਸ਼ਨ ਅਸੀਂ ਦੇ ਰਹੇ ਹਾਂ ਉਹ ਟੂ ਦਾ ਪੁਆਇੰਟ ਹੋਵੇ ਅਟਰੈਕਟਿਵ ਹੋਵੇ ਸਿੰਪਲ ਸ਼ਬਦਾਂ ਵਿੱਚ ਲਿਖੀ ਹੋਵੇ ਤਾਂ ਕਿ ਸਾਰੇ ਉਹਨੂੰ ਸਮਝ ਸਕਣ ਸੋ ਇੱਥੇ ਆਲ ਆਫ ਦੀਜ਼ ਅਸੀਂ ਚੂਜ਼ ਕਰਾਂਗੇ ਜਾਂ ਆਲ ਆਫ 3 ਦਿੱਤਾ ਹੋਇਆ ਉਹ ਚੂਜ਼ ਕਰਾਂਗੇ ਲਾਸਟ ਵਨ ਦਾ ਕੰਟੈਂਟ ਆਫ ਦਾ ਨੋਟਸ ਇਨਕਲੂਡਸ ਕਿਹੜੀਆਂ ਚੀਜ਼ਾਂ ਕੰਟੈਂਟ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਇਹ ਵੀ ਆਪਾਂ ਬੜੀ ਵਾਰ ਕਰ ਲਿਆ what is about to happen where it will happen when it will happen so all of these ਜਾਂ all of 3 ਜੋ ਵੀ ਦਿੱਤਾ ਹੋਇਆ ਆਪਸ਼ਨਸ ਅਸੀਂ ਉਹਨੂੰ ਚੂਜ਼ ਕਰਾਂਗੇ ਸੋ ਇਹ ਹੋਗਾ ਤੁਹਾਡੀ ਨੋਟਸ ਰਾਈਟਿੰਗ ਨਾਲ ਰਿਲੇਟਡ ਸਾਰਾ ਮਟੀਰੀਅਲ ਜਿੰਨਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਤਾ ਚੰਗੀ ਤਰੀਕੇ ਨਾਲ ਆਈ ਹੋਪ ਕਿ ਤੁਸੀਂ ਸੁਣ ਲਿਆ ਔਰ ਸਮਝ ਲਿਆ ਹੋਵੇਗਾ ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਹੈਲਪਫੁਲ ਹੋਊਗੀ ਕਿਉਂਕਿ ਅਗਲੀਆਂ ਕਲਾਸਿਸ ਦੇ ਵਿੱਚ ਵੀ ਨੋਟਸ ਰਾਈਟਿੰਗ ਚੱਲਣੀ ਹੈ 9th 10th +1 +2 ਸੋ ਧਿਆਨ ਨਾਲ ਵੀਡੀਓ ਨੂੰ ਸਮਝ ਲੈਣਾ ਸੁਣ ਲੈਣਾ ਬਾਏ ਬਾਏ ਅਗਲੇ ਟੌਪਿਕ ਨਾਲ ਮਿਲਦੇ ਹਾਂ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ